ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਸੀਂ ਮਤਲਬ ਕਿ ਇਹ ਸ਼ਬਦ ਬਹੁਤ ਵਾਰ ਸੁਣਿਆ ਹੋਏਗਾ ਜੀ, ਸਤਿਗੁਰ ਕੀ ਸੇਵਾ ਗਾਖੜੀ ਸਿਰ ਦੀਜੇ ਆਪ ਗਵਾਏ। ਤੇ ਇੱਥੇ ਦੇਖੋ ਤੁਸੀਂ ਸਿਰ ਦੇਣੇ ਦੀ ਗੱਲ ਪਹਿਲੇ ਜਾਮੇ ਤੋਂ ਹੀ ਸ਼ੁਰੂ ਹੋ ਗਈ ਸੀਗੀ। ਗੁਰੂ ਸਾਹਿਬ ਪਹਿਲੇ ਪਾਤਸ਼ਾਹ ਪਹਿਲੇ ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੇ ਸਿਰ ਦੀਜੇ ਕਾੜ ਨਾ ਕੀਜੇ। ਸਿਰ ਦੀ ਗੱਲ ਗੁਰੂ ਸਾਹਿਬ ਨੇ ਕੀਤੀ ਹੈ। ਹੁਣ ਇਹ ਸਾਨੂੰ ਐਵੇਂ ਲੱਗੇਗਾ ਕਿ ਪ੍ਰੈਕਟੀਕਲ ਮਤਲਬ ਕਿ ਇਹ ਸਿਰ ਦੀ ਗੱਲ ਦਿੱਤੀ ਹੈ ਵੀ ਇਹਨੂੰ ਕੱਟ ਕੇ ਤੂੰ ਲਿਆ ਮੇਰੇ ਕੋਲੋਂ ਤੇ ਵੀ ਮਤਲਬ ਕਿ ਤਾਂ ਤੇਰਾ ਤੇ ਮੇਰਾ ਪ੍ਰੇਮ ਨਿਭੇਗਾ। ਉੱਥੇ ਗੁਰੂ ਸਾਹਿਬ ਕਹਿੰਦੇ ਨੇ ਵੀ ਸਿਰ ਵਿੱਚ ਜਿਹੜੀ ਸਾਡੇ ਸਿਰ ਵਿੱਚ ਮੱਤ ਹੁੰਦੀ ਹੈ, ਥਾਟਸ ਹੁੰਦੇ ਨੇ, ਵਿਚਾਰ ਹੁੰਦੇ ਨੇ, ਵੀ ਉਹ ਤੂੰ ਮੈਨੂੰ ਦੇ ਜਾ, ਸਿਰ ਦੀਜੇ ਆਪ ਗਵਾਏ। ਹੁਣ ਦੇਖੋ ਤੁਸੀਂ ਕਿੰਨੇ ਸ਼ਬਦ ਆਣਗੇ ਜਦੋਂ ਅਸੀਂ ਧਿਆਨ ਨਾਲ ਗੁਰਬਾਣੀ ਨੂੰ ਪੜਾਂਗੇ, ਵਿਚਾਰ ਕੇ ਪੜਾਂਗੇ। ਤੇ ਜਦ ਕਿ ਜਦੋਂ ਅਸੀਂ ਵਿਚਾਰ ਜਾਰੀ ਰੱਖਾਂਗੇ ਨਾ ਗੁਰੂ ਸ਼ਬਦ ਦੇ, ਦੇਖੋ ਗੁਰੂ ਸ਼ਬਦ ਹੀ ਸਾਨੂੰ ਜਦੋਂ ਸਾਡੀ ਸੁਰਤ ਸ਼ਬਦ ਦੇ ਅਧੀਨ ਹੋ ਜਾਏਗੀ, ਮਤਲਬ ਕਿ ਸਾਡੀ ਸੁਰਤ ਸ਼ਬਦ ਦੇ ਅਨੁਸਾਰ ਹੀ ਹੋ ਜਾਏਗੀ, ਉਹਦੇ ਅਧੀਨ ਹੋ ਜਾਏਗੀ, ਉਹਦੇ ਨਾਲ ਚੱਲਣ ਲੱਗ ਜਾਏਗੀ, ਉਹਦੇ ਵਿਚਾਰਧਾਰਾ ਨਾਲ ਗੁਰੂ ਸਾਹਿਬ ਦੀ, ਤੇ ਸਾਨੂੰ ਆਟੋਮੈਟਿਕਲੀ ਤੁਸੀਂ ਦੇਖਿਓ ਪ੍ਰੈਕਟੀਕਲੀ ਵੀ ਤੁਹਾਨੂੰ ਹਰ ਸ਼ਬਦ ਦੀ ਸਮਝ ਆਏਗੀ, ਕਿਉਂਕਿ ਗੁਰੂ ਸਾਹਿਬ ਨੇ ਨਾ ਸਾਡੀ ਮਾਂ ਬੋਲੀ ਵਿੱਚ ਸਾਨੂੰ ਇਹ ਝੋਲੀ ਐਡੀ ਵੱਡੀ ਪਿਆਰੀ ਦਾਤ, ਗੁਰੂ ਸ਼ਬਦ ਦੀ ਦਾਤ ਸਾਡੀ ਝੋਲੀ ਵਿੱਚ ਪਾਈ ਹੈ। ਇੱਥੇ ਵੀ ਗੁਰੂ ਸਾਹਿਬ ਕਹਿੰਦੇ ਨੇ, ਸਤਿਗੁਰ ਆਗੇ ਸੀਸ ਭੇਟ ਦੇਵੋ, ਅਨੇਕਾਂ ਹੀ ਸ਼ਬਦ ਆਣਗੇ। ਹੁਣ ਸਿਰ ਭੇਟ ਦੇਣੇ ਦੀ ਗੱਲ ਆ ਰਹੀ ਹੈ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੇ ਸਿਰ ਦੀਜੇ ਕਾਣ ਨਾ ਕੀਜੇ। ਗੁਰੂ ਸਾਹਿਬ ਕਹਿੰਦੇ ਨੇ ਇਹ ਜਿਹੜਾ ਸੱਚ ਦਾ ਮਾਰਗ ਹੈ ਨਾ, ਇੱਥੇ ਤੈਨੂੰ ਆਪਣਾ ਮਤਲਬ ਕਿ ਆਪਣੀ ਮੱਤ ਗਵਾਉਣੀ ਪਏਗੀ, ਆਪਾ ਗਵਾਉਣਾ ਪਏਗਾ, ਆਪਾ ਸਮਰਪਿਤ ਕਰਨਾ ਪਏਗਾ। ਦੇਖੋ ਜਿੰਨੇ ਵੀ ਗੁਰਸਿੱਖ ਹੋਏ ਆ, ਜਿੰਨੇ ਵੀ ਅਸੀਂ ਸਾਡੇ ਮਤਲਬ ਕਿ ਅਸੀਂ ਪਿਛੋਕੜ ਵਿੱਚ ਜਾਈਏ, ਤੇ ਜਿਹੜਾ ਸਾਡਾ ਇਤਿਹਾਸ ਹੈ ਉਹ ਕੁਰਬਾਨੀਆਂ ਤੇ ਸ਼ਹੀਦੀਆਂ ਨਾਲ ਭਰਿਆ ਪਿਆ ਹੈ। ਉਹ ਕਿਉਂ ਹੋਇਆ? ਕਿਉਂਕਿ ਉਹਨਾਂ ਨੇ ਆਪਾ ਗਵਾਤਾ ਸੀ, ਆਪਾ ਸਮਰਪਿਤ ਕਰਤਾ ਸੀ ਗੁਰੂ ਅੱਗੇ। ਤੇ ਉੱਥੇ ਵੀ ਗੁਰੂ ਸਾਹਿਬ ਜਿੰਨੇ ਵੀ ਸਾਨੂੰ ਸ਼ਬਦ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਪੜਾਂਗੇ ਨਾ, ਸਿਰ ਦੇਣੇ ਦੀ ਗੱਲ, ਸਤਿਗੁਰ ਕੀ ਸੇਵਾ ਗਾਖੜੀ ਸਿਰ ਦੀਜੇ ਆਪ ਗਵਾਏ, ਉਹਦੇ ਵਿੱਚ ਵੀ ਗੁਰੂ ਸਾਹਿਬ ਸਿਰ ਦੇਣੇ ਦਾ ਮਤਲਬ ਹੁੰਦਾ ਕਿ ਆਪਣੀ ਮੱਤ ਨੂੰ ਤਿਆਗਣਾ। ਪਰ ਅਸੀਂ ਕੀ ਕਰਦੇ ਹਾਂ, ਅਸੀਂ ਗੁਰੂ ਸਾਹਿਬ ਕੋਲੋਂ ਸਵੇਰੇ ਜਾ ਕੇ ਨਾ ਜਦੋਂ ਮੱਥਾ ਟੇਕਦੇ ਹਾਂ, ਨਾਲੇ ਹੀ ਜਦੋਂ ਮੱਥਾ ਟੇਕ ਕੇ ਅਰਦਾਸ ਕਰਕੇ, ਅਰਦਾਸ ਬੇਨਤੀ ਕਰਕੇ ਜਦੋਂ ਅਸੀਂ ਮੱਥਾ ਟੇਕਦੇ ਹਾਂ, ਨਾਲੇ ਹੀ ਆਪਣੀ ਮੱਤ ਵੀ ਨਾਲੇ ਚੁੱਕ ਲਿਆਉਂਦੇ ਹਾਂ। ਤੇ ਚੁੱਕਣੇ ਤੋਂ ਬਾਵਜੂਦ ਅਸੀਂ ਉੱਥੇ ਸਿੱਖਣੇ ਦੀ ਉੱਥੇ ਅਸੀਂ ਕੁਝ ਸਿੱਖਣ ਜਾਣਾ ਤੇ ਅਸੀਂ ਕੁਝ ਸਿੱਖਣ ਸੀਗਾ, ਪਰ ਅਸੀਂ ਉੱਥੇ ਸਿਖਾਣੇ ਦੀ ਕੋਸ਼ਿਸ਼ ਕਰ ਦਿੰਦੇ ਹਾਂ ਵੀ ਜਿਵੇਂ ਸੇਵਾਦਾਰ ਨੂੰ ਜਾਂ ਭਾਈ ਸਾਹਿਬ ਨੂੰ ਜਾਂ ਪ੍ਰਬੰਧਕਾਂ ਨੂੰ ਜਾਂ ਮਤਲਬ ਕਿ ਜਿੰਨੇ ਵੀ ਸਾਡੀ ਸੰਗਤੀ ਰੂਪ ਵਿੱਚ ਅਸੀਂ ਭੈਣ ਭਰਾ ਸਾਰੇ ਜਾਂਦੇ ਹਾਂ। ਤੇ ਜਦ ਕਿ ਗੁਰੂ ਸਾਹਿਬ ਕਹਿੰਦੇ ਸੀ ਵੀ ਜਦੋਂ ਤੂੰ ਅਸੀਂ ਦੇਖੋ ਹੁਣ 365 ਦਿਨ ਹੁੰਦੇ ਆ ਦਿਨ ਦੇ, ਹੁਣ 365 ਦਿਨ ਅਗਰ ਜੇ ਲਗਾਤਾਰ ਅਸੀਂ ਗੁਰਦੁਆਰਾ ਸਾਹਿਬ ਜਾਂਦੇ ਹਾਂ ਤੇ ਹਰ ਗੁਰਦੁਆਰਾ ਸਾਹਿਬ ਨਾ ਬਾਹਰ ਹੁਕਮਨਾਮਾ ਲਿਖਿਆ ਹੁੰਦਾ ਹੈ। ਹੁਕਮਨਾਮੇ ਦਾ ਮਤਲਬ ਹੁੰਦਾ ਵੀ ਇਹ ਗੁਰੂ ਦਾ ਅੱਜ ਦਾ ਹੁਕਮ ਹੈ ਵੀ ਤੂੰ ਇਹਨੂੰ ਆਪਣੇ ਜ਼ਿੰਦਗੀ ਵਿੱਚ ਮਤਲਬ ਕਿ ਆਪਣੀ ਜ਼ਿੰਦਗੀ ਇਹਦੇ ਅਨੁਸਾਰ ਹੀ ਆਪਣੀ ਜ਼ਿੰਦਗੀ ਨੂੰ ਢਾਲਣਾ ਵਾ। ਪਰ ਲੇਕਿਨ ਮੇਰੇ ਵਰਗੀ ਕੀ ਕਰਦੀ ਹੈ, ਅਸੀਂ ਹੁਕਮਨਾਮਾ ਪੜ੍ਹ ਆਉਂਦੇ ਹਾਂ ਪਰ ਲੇਕਿਨ ਸਾਡੀ ਉਹ ਜ਼ਿੰਦਗੀ ਨਾ ਤੇ ਉਹਦੇ ਅਨੁਸਾਰ ਹੀ ਹੁੰਦੀ ਹੈ। ਤੇ ਫਿਰ ਅਸੀਂ ਸਾਰਾ ਦਿਨ ਤੁਸੀਂ ਦੇਖੋ ਕਲਪਦੇ ਰਹਿੰਦੇ ਹਾਂ, ਚਿੰਤਾ ਵਿੱਚ ਰਹਿੰਦੇ ਹਾਂ, ਸਹਿਮ ਵਿੱਚ ਰਹਿੰਦੇ ਹਾਂ, ਡਰ ਵਿੱਚ ਰਹਿੰਦੇ ਹਾਂ, ਤੋਖਲਿਆਂ ਵਿੱਚ ਰਹਿੰਦੇ ਹਾਂ। ਉਹ ਜਦੋਂ ਅਸੀਂ ਗੁਰੂ ਸਾਹਿਬ ਮਤਲਬ ਕਿ ਜਦੋਂ ਅਸੀਂ ਗੁਰਬਾਣੀ ਨੂੰ ਵਿਚਾਰ ਕੇ ਪੜਾਂਗੇ ਨਾ, ਕਿਉਂਕਿ ਵਿਚਾਰਨਾ ਗੁਰੂ ਸਾਹਿਬ ਨੇ ਤੁਸੀਂ ਦੇਖੋ ਇੰਨਾ ਜ਼ਰੂਰੀ ਕਿਹਾ ਕਿ ਵਿਚਾਰ ਹੀ ਸਾਨੂੰ ਅੱਗੇ ਲੈ ਕੇ ਜਾਂਦੇ ਨੇ। ਦੇਖੋ ਦੁਨੀਆ ਵਿੱਚ ਅਸੀਂ ਵਿਚਰਦੇ ਵੀ ਆ ਨਾ, ਤੇ ਅਸੀਂ ਅੱਗੇ ਅੱਗੇ ਗਰੋ ਕਿਵੇਂ ਕਰਦੇ ਆ, ਅਸੀਂ ਅੱਗੇ ਸਟੈਪ ਚੱਕਦੇ ਆ, ਹਨਾ। ਹੁਣ ਕੱਲਾ ਜੇ ਅਸੀਂ ਬਾਣੀ ਨੂੰ ਕੱਲਾ ਹੀ ਅਸੀਂ ਪੜ੍ਹਦੇ ਰਹੇਗੇ, ਤੋਤੀ ਰੱਟਣੀ ਅਸੀਂ ਰੱਟੀ ਜਾਵਾਂਗੇ ਇੱਕ ਸ਼ਬਦ ਨੂੰ, ਜਾਂ ਕੋਈ ਵੀ ਸ਼ਬਦ ਜਿਵੇਂ ਆਮ ਤੌਰ ਤੇ ਸਾਨੂੰ ਕਿਹਾ ਜਾਂਦਾ ਕਿ 108 ਵਾਰ ਪੜ੍ਹਨਾ ਜਾਂ ਇੰਨੇ ਵਾਰ ਪੜ੍ਹਨਾ, ਜਦ ਤੱਕ ਤੁਸੀਂ ਉਹਨੂੰ ਵਿਚਾਰ ਅਸੀਂ ਤੁਸੀਂ ਸਾਰੇ ਭੈਣ ਭਰਾ ਵਿਚਾਰ ਨਹੀਂ ਕਰਾਂਗੇ ਤੇ ਸਾਨੂੰ ਪਤਾ ਹੀ ਨਹੀਂ ਲੱਗੇਗਾ ਕਿ ਗੁਰੂ ਸਾਹਿਬ ਨੇ ਇਹਦੇ ਵਿੱਚ ਮੈਸੇਜ ਸਾਨੂੰ, ਸੰਦੇਸ਼ ਤੇ ਸਾਨੂੰ ਕਿਹੜੀ ਚੀਜ਼ ਤੋਂ ਵਰਜਿਆ ਵਾ ਤੇ ਕਿਹੜੀ ਚੀਜ਼ ਤੋਂ ਸਾਨੂੰ ਸਮਝਣੇ ਦੀ ਤੇ ਸਾਨੂੰ ਅਵੇਅਰ ਕਰਨੇ ਦੀ ਗੁਰੂ ਸਾਹਿਬ ਨੇ ਸਾਨੂੰ ਹਿਦਾਇਤ ਦਿੱਤੀ ਹੈ। ਇੱਥੇ ਵੀ ਗੁਰੂ ਸਾਹਿਬ ਕਹਿੰਦੇ ਨੇ, ਸਤਿਗੁਰ ਕੀ ਸੇਵਾ ਗਾਖੜੀ ਸਿਰ ਦੀਜੇ ਆਪ ਗਵਾਏ। ਭਾਵ ਕਿ ਇਹ ਜਿਹੜੀ ਮਤਲਬ ਕਿ ਗੁਰੂ ਦੀ ਸੇਵਾ ਹੈ ਨਾ, ਉਹ ਹੈ ਕਿ ਆਪਣਾ ਸਿਰ ਗੁਰੂ ਦੇ ਸਮਰਪਿਤ ਕਰ ਦੇਣਾ। ਭਾਵ ਕਿ ਆਪਾਂ ਆਪ ਗੁਰੂ ਨੂੰ ਦੇ ਦੇਣਾ ਤੇ ਆਪਣੇ ਆਪ ਨੂੰ ਗਵਾ ਦੇਣਾ, ਮੀਨਸ ਕਿ ਆਪਾਂ ਨੂੰ ਆਪਣੇ ਨੂੰ ਸਮਰਪਿਤ ਕਰ ਦੇਣਾ। ਫਿਰ ਕਹਿੰਦੇ ਸ਼ਬਦ ਮਿਲੇ ਤਾਂ ਹਰ ਮਿਲੇ, ਸੇਵਾ ਪਵੇ ਸਭ ਥਾਏ। ਹੁਣ ਦੇਖੋ ਸ਼ਬਦ ਦੀ ਗੱਲ ਆ ਰਹੀ ਹੈ ਵੀ ਜਦੋਂ ਵੀ ਅਸੀਂ ਪਰਮਾਤਮਾ ਨੂੰ ਮਿਲਣਾ ਨਾ, ਸਿਰਫ ਤੇ ਸਿਰਫ ਇੱਕੋ ਰਸਤਾ ਹੈ, ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਉਹ ਸ਼ਬਦ ਦੇ ਦੁਆਰਾ। ਕਿਉਂਕਿ ਸ਼ਬਦ ਦੇ ਦੁਆਰਾ ਹੀ ਸਾਨੂੰ ਗਿਆਨ ਮਿਲਦਾ, ਗਿਆਨ ਦੇ ਦੁਆਰਾ ਹੀ ਅਸੀਂ ਜਿਹੜੇ ਵਿਕਾਰ ਸਾਨੂੰ ਅੰਦਰ ਸਤਾਉਂਦੇ ਨੇ, ਅੰਦਰ ਵੀ ਬਾਹਰ ਵੀ ਜਦੋਂ ਸਤਾਉਂਦੇ ਨੇ, ਤੇ ਉਹ ਸਾਨੂੰ ਸ਼ਬਦ ਦੇ ਦੁਆਰਾ ਹੀ ਅਸੀਂ ਉਹਨਾਂ ਨੂੰ ਰੋਕ ਸਕਦੇ ਹਾਂ।
ਗੁਰੂ ਸਾਹਿਬ ਨੇ ਸਾਨੂੰ ਦੇਖੋ ਕਿੰਨੀ ਬਖਸ਼ਿਸ਼ਾਂ ਕੀਤੀਆਂ ਕਿ ਗਿਆਨ ਅੰਜਨ ਗੁਰੂ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਵੀ ਜਦੋਂ ਮੈਨੂੰ ਗਿਆਨ ਗਿਆਨ ਰੂਪੀ ਸੁਰਮਾ ਮੇਰੀ ਅੱਖਾਂ ਵਿੱਚ ਗੁਰੂ ਨੇ ਪਾਇਆ ਤੇ ਮੈਨੂੰ ਕੀ ਹੋਇਆ ਕਿ ਮੇਰੇ ਅੰਦਰੋਂ ਜਿਹੜਾ ਅਗਿਆਨਤਾ ਦਾ ਹਨੇਰਾ ਸੀਗਾ ਉਹ ਸਾਰਾ ਬਿਨਸ ਗਿਆ, ਖਤਮ ਹੋ ਗਿਆ। ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਹਰੀ ਦੀ ਬਖਸ਼ਿਸ਼ ਸ਼ੁਰੂ ਹੋ ਗਈ, ਕਿਉਂਕਿ ਪਹਿਲਾਂ ਗਿਆਨ ਲਿੱਤਾ, ਅਗਿਆਨਤਾ ਖਤਮ ਹੋਈ, ਫਿਰ ਹਰੀ ਦੀ ਬਖਸ਼ਿਸ਼ ਹੋਈ, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਪ੍ਰਗਾਸ ਦਾ ਮਤਲਬ ਹੁੰਦਾ ਚਾਨਣ, ਸਦੀਵੀ ਗਿਆਨ, ਚਾਨਣ, ਰੋਸ਼ਨੀ। ਕਿ ਉਹ ਤੁਸੀਂ ਦੇਖੋ ਫਿਰ ਅਸੀਂ ਭਟਕਣਾ ਤੋਂ, ਅਸੀਂ ਦੁਬਿਧਾ ਤੋਂ, ਅਸੀਂ ਡੁਐਲਿਟੀ ਤੋਂ, ਅਸੀਂ ਤ੍ਰਿਸ਼ਨਾ ਤੋਂ, ਅਸੀਂ ਸਾੜੇ ਤੋਂ, ਅਸੀਂ ਫਿਕਰਾਂ ਤੋਂ, ਅਸੀਂ ਚਿੰਤਾ ਤੋਂ, ਅਸੀਂ ਸਾਰੀ ਚੀਜ਼ਾਂ ਤੋਂ ਅਸੀਂ ਦੂਰ ਹੋਵਾਂਗੇ। ਪਰ ਲੇਕਿਨ ਹਰ ਮਤਲਬ ਕਿ ਤੁਸੀਂ ਧਿਆਨ, ਅਸੀਂ ਜਦੋਂ ਧਿਆਨ ਨਾਲ ਪੜਾਂਗੇ ਤੇ ਗਿਆਨ ਦੇ ਦੁਆਰਾ ਹੀ ਹੋਏਗਾ। ਇੱਥੇ ਵੀ ਗੁਰੂ ਸਾਹਿਬ ਕਹਿੰਦੇ ਨੇ ਸ਼ਬਦ ਦੀ ਗੱਲ ਕੀਤੀ ਹੈ, ਸ਼ਬਦ ਮਿਲੇ ਤਾਂ ਹਰ ਮਿਲੇ। ਸ਼ਬਦ ਦੇ ਦੁਆਰਾ ਹੀ ਤੈਨੂੰ ਹਰੀ ਮਿਲ ਸਕਦਾ, ਸ਼ਬਦ ਮਿਲੇ ਤਾਂ ਹਰ ਮਿਲੇ, ਸੇਵਾ ਪਵੇ ਸਭ ਥਾਏ। ਜੇ ਜਦੋਂ ਕੋਈ ਵੀ ਜੀਵ ਗੁਰੂ ਦੇ ਸ਼ਬਦ ਵਿੱਚ ਜੁੜਦੇ ਹਨ, ਮੰਨ ਲਓ ਕਿ ਉਹਨਾਂ ਦੀ ਸੁਰਤ, ਜਦੋਂ ਸਾਡੇ ਸੁਰਤ ਮਤ ਮਨ ਬੁੱਧ ਵਿੱਚ ਉਹ ਪ੍ਰਮਾਤਮਾ ਬੈਠ ਜਾਏਗਾ ਨਾ, ਉਹਦਾ ਸ਼ਬਦ ਬੈਠ ਜਾਏਗਾ। ਤੇ ਜਦੋਂ ਅਸੀਂ ਸ਼ਬਦ ਦੁਆਰਾ ਸ਼ਬਦ ਨਾਲ ਜੁੜਦੇ ਹਾਂ, ਭਾਵ ਕਿ ਸ਼ਬਦ ਦੇ ਦੁਆਰਾ ਸਾਡੇ ਅੰਦਰ ਚਾਨਣ ਹੁੰਦਾ ਹੈ, ਤਾਂ ਉਹਨਾਂ ਨੂੰ ਪ੍ਰਮਾਤਮਾ ਮਿਲ ਪੈਂਦਾ ਹੈ ਤੇ ਉਹਨਾਂ ਦੀ ਸੇਵਾ ਕਬੂਲ ਪੈ ਜਾਂਦੀ ਹੈ। ਦੇਖੋ ਸ਼ਬਦ ਦੀ, ਗੁਰੂ ਸਾਹਿਬ ਕਹਿੰਦੇ ਨੇ ਗੁਰ ਕੀ ਸੇਵਾ ਸ਼ਬਦ ਵਿਚਾਰ। ਇਹ ਦੇਖੋ ਦੁਨਿਆਵੀ ਸੇਵਾ ਅਸੀਂ ਕਰਨੀ ਹੈ, ਵੀ ਲੰਗਰ ਪ੍ਰਸ਼ਾਦਾ, ਝਾੜੂ ਪੋਚਾ, ਸਾਰੀਆਂ ਸੇਵਾ ਅਸੀਂ ਕਰਨੀਆਂ ਨੇ, ਉਹ ਸਾਡੀਆਂ ਹੈਗੀਆਂ ਸਰੀਰਕ ਐਕਸਰਸਾਈਜ਼। ਕਿਉਂਕਿ ਗੁਰੂ ਅੰਗਦ ਪਾਤਸ਼ਾਹ ਨੇ ਦੇਖੋ ਤੁਸੀਂ ਮੱਲ ਅਖਾੜੇ ਲਗਾਏ ਸੀਗੇ ਹਨਾ, ਹੁਣ ਅੱਜ ਅਸੀਂ ਉਹਨਾਂ ਨੂੰ ਕਹਿ ਦਿੰਦੇ ਹਾਂ ਜੀ ਜਿਮ। ਤੇ ਉੱਥੇ ਵੀ ਗੁਰੂ ਸਾਹਿਬ ਕੁਸ਼ਤੀਆਂ ਕਰਾਉਂਦੇ ਸੀ, ਘੋਲ ਕਰਾਉਂਦੇ ਸੀਗੇ, ਉਹ ਵੀ ਇੱਕ ਐਕਸਰਸਾਈਜ਼ ਸੀਗੀ। ਤੇ ਅਸੀਂ ਅੱਜ ਜਿਮ ਜਾਣਾ ਪਸੰਦ ਕਰਦੇ ਹਾਂ, ਪਰ ਲੇਕਿਨ ਗੁਰੂ ਸਾਹਿਬ ਨੇ ਜਿਹੜੀ ਸਾਡੇ ਦੱਸੀ ਹੋਈ ਸੇਵਾ ਵੇ, ਹੁਣ ਤੁਸੀਂ ਦੇਖੋ ਜੋੜੇ ਘਰ ਸੇਵਾ ਕਰਨੀ ਜਾਂ ਲੰਗਰ ਪ੍ਰਸ਼ਾਦੇ ਦੀ ਸੇਵਾ ਕਰਨੀ, ਉਹ ਵੀ ਇੱਕ ਕਿਸਮ ਦਾ ਐਜ ਏ ਪ੍ਰੈਕਟੀਕਲ ਸਾਡੇ ਵਾਸਤੇ ਜਿਮ ਹੀ ਹੈ। ਝਾੜੂ ਪੋਚੇ ਦੀ ਸੇਵਾ ਕਰਨੀ, ਅਸੀਂ ਉਹ ਸਾਰੀਆਂ ਸੇਵਾ ਆਪਣੀ ਹੱਥੀਂ ਕਰਨੀਆਂ ਛੱਡਤੀਆਂ। ਅੱਜ ਸਾਡੇ ਹਲਵਾਈ ਰੋਟੀਆਂ ਮਤਲਬ ਕਿ ਲੰਗਰ ਪ੍ਰਸ਼ਾਦਾ ਤਿਆਰ ਕਰਦੇ ਆ, ਪਰ ਅਸੀਂ ਆਪਣੀ ਹੱਥੀਂ ਸੇਵਾ ਕਰਨੀ ਬੰਦ ਕਰਤੀ। ਇੱਕ ਸੇਵਾ ਦੁਨਿਆਵੀ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗੇ ਬੈਸਨ ਪਾਈਏ। ਇੱਕ ਸੇਵਾ ਹੈ ਗੁਰੂ ਦੇ ਸ਼ਬਦ ਦੀ, ਗੁਰ ਕੀ ਸੇਵਾ ਸ਼ਬਦ ਵਿਚਾਰ। ਕਿੰਨੇ ਅਨੇਕਾਂ ਸ਼ਬਦ ਆਣ ਕੇ ਸਤਿਗੁਰ ਆਗੇ ਸੀਸ ਭੇਟ ਦੇਵੋ, ਕਿ ਸਤਿਗੁਰ ਦੇ ਅੱਗੇ ਸੀਸ ਭੇਟ ਦੇਣਾ, ਆਪਾ ਸਮਰਪਿਤ ਕਰਨਾ। ਸਤਿਗੁਰ ਕੀ ਸੇਵਾ ਗਾਖੜੀ ਸਿਰ ਦੀਜੇ ਆਪ ਗਵਾਵੇ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਮਤਲਬ ਕਿ ਚਿੱਤ ਵੀ ਉਹੀ ਹੋਏ, ਸਿਰ ਨੂੰ ਦੇਣਾ। ਤੇ ਇੱਕ ਅਸੀਂ ਸ਼ਬਦ ਆਮ ਤੌਰ ਤੇ ਅਸੀਂ ਸਾਰੀ ਸੰਗਤ ਨੇ ਸੁਣਿਆ ਹੋਏਗਾ, ਜਿਸਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ। ਜਿਹਦੇ ਮੱਤ ਵਿੱਚ ਤੂੰ ਆ ਗਿਆ, ਜਿਹਦੇ ਸਿਰ ਵਿੱਚ, ਕਿਉਂਕਿ ਸਿਰ ਵਿੱਚ ਹੀ ਸਾਡੇ ਮੱਤ ਹੈ, ਸਿਰ ਵਿੱਚ ਹੀ ਸਾਡੇ ਥੋਟਸ ਹੁੰਦੇ ਨੇ, ਵਿਚਾਰ ਹੁੰਦੇ ਨੇ। ਉਹਦੀ ਮੱਤ ਦਾ ਰੱਖਕ ਜਦੋਂ ਪ੍ਰਮਾਤਮਾ ਬਣ ਗਿਆ, ਉਹਦੀ ਵਿਚਾਰਧਾਰਾ, ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ ਉਹਦੀ ਮੱਤ ਦੀ ਰਖਵਾਲੀ ਬਣ ਗਈ। ਮੇਰਾ ਸਤਿਗੁਰ ਰਖਵਾਲਾ ਹੋਆ। ਤੇ ਉਹ ਕਦੀ ਵੀ ਦੇਖੋ ਤੁਸੀਂ, ਅਸੀਂ ਵਿਕਾਰਾਂ ਤੋਂ ਛੁੱਟਾਂਗੇ ਤੇ ਅਸੀਂ ਸੁਖੀ ਤੇ ਚੰਗਾ ਜੀਵਨ ਬਤੀਤ ਕਰਕੇ ਜਾਵਾਂਗੇ। ਇੱਥੇ ਵੀ ਗੁਰੂ ਸਾਹਿਬ ਕਹਿੰਦੇ ਨੇ, ਫਿਰ ਅਗਲੀ ਪੰਕਤੀ ਵਿੱਚ ਗੁਰੂ ਸਾਹਿਬ ਕਹਿੰਦੇ ਨੇ, ਪਾਰਸ ਪਰਸੀਏ ਪਾਰਸ ਹੋਏ ਜੋਤੀ ਜੋਤ ਸਮਾਏ। ਦੇਖੋ ਕਹਿੰਦੇ ਨੇ ਇੱਕ ਧਾਤ ਹੈ ਵੀ ਪਾਰਸ, ਲੋਹਾ ਜਿਹੜਾ ਮਤਲਬ ਕਿ ਕਹਿੰਦੇ ਨੇ ਜੰਗਾਲਿਆ ਹੋਇਆ ਲੋਹਾ, ਜਿਹੜਾ ਬਿਲਕੁਲ ਬੇਕਾਰ ਲੋਹਾ ਕਹਿ ਲਓ, ਕਿ ਉਹਨੂੰ ਵੀ ਅਗਰ ਪਾਰਸ ਛੂ ਜੇ ਤੇ ਉਹ ਸੋਨਾ ਹੋ ਜਾਂਦਾ ਹੈ। ਪਰ ਮਤਲਬ ਕਿ ਇੱਕ ਹੈ, ਗੁਰੂ ਸਾਹਿਬ ਨੇ ਇੱਕ ਐਗਜ਼ਾਮਪਲ ਦੇ ਕੇ ਵੀ, ਜਦੋਂ ਤੂੰ ਗੁਰੂ ਦੇ ਸਨਮੁਖ ਹੁੰਦਾ ਹੈ, ਜਦੋਂ ਗੁਰੂ ਦੀ ਤੂੰ ਵਿਚਾਰਧਾਰਾ ਨਾਲ ਜੁੜਦਾ ਵੈ, ਉਹਦੇ ਅਨੁਸਾਰ ਹੀ ਸਾਡਾ ਜੀਵਨ ਹੁੰਦਾ ਹੈ, ਤੇ ਅਸੀਂ ਪਾਰਸ ਵਰਗੇ ਹੋ ਜਾਂਦੇ। ਕਿ ਮੀਨ ਕਿ ਸਾਡੇ ਅੰਦਰ ਪਿਓਰਿਟੀ ਆ ਜਾਂਦੀ, ਇਨਪਿਓਰਿਟੀ ਸਾਡੇ ਅੰਦਰ ਸੜਨ ਲੱਗ ਜਾਂਦੀਆਂ, ਅਵਗੁਣ ਸੜਨ ਲੱਗ ਜਾਂਦੇ ਨੇ, ਤੇ ਅਸੀਂ ਗੁਣ, ਮਤਲਬ ਕਿ ਜਪਜੀ ਸਾਹਿਬ ਵਿੱਚ ਵੀ ਗੁਰੂ ਸਾਹਿਬ ਕਹਿੰਦੇ ਨੇ, ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ। ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਗੁਣਾਂ ਦੀ ਤੇ ਅਵਗੁਣਾਂ ਦੀ ਗੱਲ ਹੋਈ ਹੈ। ਜੋ ਸਾਡੇ ਵਿੱਚ ਅਵਗੁਣ ਨੇ, ਉਹਨਾਂ ਨੂੰ ਗੁਰੂ ਸਾਹਿਬ ਨੇ ਗੁਰੂ ਦੇ ਸ਼ਬਦ ਦੁਆਰਾ, ਗਿਆਨ ਦੇ ਦੁਆਰਾ ਉਹਨਾਂ ਨੂੰ ਖਤਮ ਕਰਨੇ ਦੀ ਸਾਨੂੰ ਅਵੇਅਰ ਕੀਤਾ ਕਿ ਤੂੰ ਅਵਗੁਣਾ ਕਰਕੇ ਪਰੇਸ਼ਾਨ ਹੈ ਮੇਰੇ ਬੱਚੇ, ਤੇ ਅਵਗੁਣਾਂ ਨੂੰ ਛੱਡ ਲੈ ਤੇ ਗੁਣਾਂ ਨੂੰ ਧਾਓ। ਗੁਰੂ ਸਾਹਿਬ ਕਹਿੰਦੇ ਨੇ, ਨਾਨਕ ਅਵਗੁਣ ਜੇਤੜੇ ਤੇਤੀ ਗਲੀ ਜੰਜੀਰ। ਵੀ ਮਤਲਬ ਕਿ ਅਸੀਂ ਆਪ ਉਹ ਜੰਜੀਰਾਂ ਨੂੰ, ਅਵਗੁਣੀ ਰੂਪਾ ਜੰਜੀਰਾਂ ਨੂੰ ਆਪਣੇ ਗਲੇ ਵਿੱਚ ਆਪ ਪਾਇਆ, ਉਹ ਸਾਡੇ ਸਿਰਫ ਤੇ ਸਿਰਫ ਗੁਰੂ ਸਾਹਿਬ ਹੀ ਕੱਟ ਸਕਦੇ ਨੇ। ਇੱਥੇ ਵੀ ਕਹਿ ਰਹੇ ਨੇ, ਪਾਰਸ ਪਰਸੀਏ ਪਾਰਸ ਹੋਏ ਜੋਤੀ ਜੋਤ ਸਮਾਏ। ਗੁਰੂ ਪਾਰਸ ਨੂੰ ਮਿਲਿਆ, ਪਾਰਸ ਹੋ ਜਾਈਦਾ, ਭਾਵ ਕਿ ਪਿਓਰਿਟੀ ਹੋ ਜਾਏਗੀ ਸਾਡੇ ਅੰਦਰ ਉਹ ਗੁਰੂ ਵਾਲੇ ਗੁਣ ਆ ਜਾਣਗੇ, ਕਿ ਜਦੋਂ ਸਾਨੂੰ ਜਿੰਨੀਆਂ ਮਰਜ਼ੀਆਂ ਵੀ ਮੁਸ਼ਕਿਲਾਂ ਆਉਣਗੀਆਂ, ਅਸੀਂ ਉਹ ਮੁਸ਼ਕਿਲਾਂ ਨੂੰ ਗੁਰੂ ਦੇ ਸ਼ਬਦ ਦੁਆਰਾ, ਗੁਰੂ ਦੀ ਰੋਸ਼ਨੀ ਨਾਲ ਹੱਲ ਕਰ ਲਾਂਗੇ। ਗੁਰੂ ਦੀ ਸਹਾਇਤਾ ਨਾਲ ਪਰਮਾਤਮਾ ਦੀ ਜੋਤ
ਵਿੱਚ ਮਨੁੱਖ ਦੀ ਜੋਤ ਮਿਲ ਜਾਏਗੀ, ਜੋਤੀ ਜੋਤ ਮਿਲਾਏ, ਇੱਕ ਹੋ ਜਾਏਗੀ। ਜਿਨ ਕੋ ਪੂਰਬ ਲਿਖਿਆ ਤਿਨ ਸਤਿਗੁਰ ਮਿਲਿਆ ਆਏ। ਹੁਣ ਸਾਨੂੰ ਲੱਗੇਗਾ ਕਿ ਇਹ ਤਾਂ ਜੇ ਗੁਰੂ ਸਾਹਿਬ ਨੇ ਪਹਿਲਾਂ ਸਾਡਾ ਜਿਹੜਾ ਜਿਹੜਾ ਮੰਨ ਲਓ ਕਿ ਹੁਣ ਮੈਂ ਜੀਵਨ ਜੀ ਰਿਹਾ, ਉਸ ਤੋਂ ਪਹਿਲਾਂ ਜੇ ਪੂਰਬ ਵਿੱਚ ਕਿਤੇ ਮੇਰੇ ਇਸ ਜਨਮ ਤੋਂ ਲੈਣੇ ਤੋਂ ਪਹਿਲਾਂ ਕਿਤੇ ਪੂਰਬ ਵਿੱਚ ਲਿਖਿਆ ਹੋਏਗਾ ਤੇ ਉਹਦੀ ਗੱਲ ਚੱਲ ਰਹੀ ਹੈ। ਪੂਰਬ ਦਾ ਮਤਲਬ ਹੁੰਦਾ ਜਿਹੜਾ ਤੁਸੀਂ ਸਾਰੇ ਭੈਣ ਭਰਾ, ਜਿਹੜਾ ਕੱਲ ਪਰਸੋਂ ਜਿਹੜੀ ਰਾਤ ਗਈ ਹੈ ਇਹ ਪੂਰਬ ਹੋ ਗਿਆ। ਮੰਨ ਲਓ ਕਿ ਜੇ ਤੁਸੀਂ ਹੁਣ ਸਵੇਰੇ ਤੁਸੀਂ ਰਾਤੀ ਕੁਝ ਪਲਾਨ ਕਰਦੇ ਹੋ ਹਨਾ, ਕਿ ਵੀ ਮੈਂ ਬ੍ਰੇਕਫਾਸਟ ਵਿੱਚ ਇਹ ਬਣਾਉਣਾ ਵੇ, ਮੰਨ ਲਓ ਕਿ ਰਾਤੀ ਅਸੀਂ ਸਵੇਰੇ ਬ੍ਰੇਕਫਾਸਟ ਵਿੱਚ ਦਹੀਂ ਵੀ ਖਾਣਾ ਤੇ ਉਸ ਅਸੀਂ ਰਾਤੀ ਜਮਾਵਾਂਗੇ ਤੇ ਸਵੇਰੇ ਉਹਨੂੰ ਤਾਂ ਖਾ ਸਕਾਂਗੇ। ਉਹ ਪੂਰਬ ਤੁਹਾਡਾ ਹੋ ਗਿਆ, ਮੇਰਾ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਉਹ ਪੂਰਬ ਹੈ। ਕੱਲ ਪਰਸੋਂ ਸਾਲ 2 ਸਾਲ ਜਿਹੜਾ ਅਸੀਂ ਪਿੱਛੇ ਜੀ ਕੇ ਆਇਆ, ਗੁਰੂ ਸਾਹਿਬ ਉਹਨੂੰ ਪੂਰਬ ਕਹਿ ਰਹੇ ਨੇ। ਜਦੋਂ ਅਸੀਂ ਗੁਰਬਾਣੀ ਨੂੰ ਧਿਆਨ ਨਾਲ ਪੜਾਂਗੇ ਨਾ, ਗੁਰੂ ਸਾਹਿਬ ਪਹਿਲੇ ਦੀ ਜਦੋਂ ਅਸੀਂ ਇਹ ਮਨੁੱਖ ਜੀਵਨ ਵਿੱਚ ਆਇਆ ਉਸ ਤੋਂ ਪਹਿਲਾਂ ਦੀ ਨਹੀਂ ਗੱਲ ਕਰ ਰਹੇ, ਪ੍ਰੈਜ਼ੈਂਟ ਦੀ ਗੱਲ ਕਰ ਰਿਹਾ। ਪ੍ਰੈਜ਼ੈਂਟ ਵਿੱਚ ਤੇਰਾ ਜੀਵਨ ਕਿਹੋ ਜਿਹਾ ਹੋਵੇ, ਪ੍ਰੈਜ਼ੈਂਟ ਵਿੱਚ ਤੂੰ ਕਿਵੇਂ ਪਰਮਾਤਮਾ ਨੂੰ ਮਿਲ ਸਕਦਾ ਵਾ। ਦੇਖੋ ਜੇ ਮਤਲਬ ਕਿ ਪ੍ਰੈਜ਼ੈਂਟ ਦੀ ਗੱਲ ਗੁਰੂ ਸਾਹਿਬ ਨੇ ਨਹੀਂ ਕੀਤੀ ਤੇ ਜੇ ਮਰਨੇ ਤੋਂ ਬਾਅਦ ਹੀ ਰੱਬ ਨੇ ਮਿਲਣਾ ਵੈ, ਸਾਰਾ ਕੁਝ ਮਰਨੇ ਤੋਂ ਬਾਅਦ ਹੀ ਹੋਣਾ। ਮੇਰੇ ਮਰਨੇ ਤੋਂ ਬਾਅਦ ਤਾਂ ਅਖੰਡ ਪਾਠ ਸਾਹਿਬ ਵੀ ਰੱਖਿਆ ਜਾਏਗਾ, ਅਰਦਾਸ ਵੀ ਹੋ ਜਾਏਗੀ ਮੇਰੀ ਕਿ ਗੁਰਮੁਖ ਜਨਮ ਸਵਾਰ ਦਰਗੇ ਚੱਲਿਆ। ਭਾਵੇਂ ਮੈਂ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਉਕਤਾਈਆਂ ਕੀਤੀਆਂ ਹੋਣ, ਗਲਤ ਕੀਤਾ ਹੋਏ, ਬੇਈਮਾਨੀਆਂ ਕੀਤੀਆਂ ਹੋਣ, ਲੋਕਾਂ ਦਾ ਹੱਕ ਮਾਰਿਆ ਹੋਵੇ, ਕਿਸੇ ਨੂੰ ਸਾਰਿਆਂ ਨੂੰ ਤੰਗ ਕੀਤਾ ਹੋਵੇ, ਆਪਣੇ ਪੇਕਿਆਂ ਸਹੁਰਿਆਂ ਨੂੰ ਵੀ ਤੰਗ ਕੀਤਾ ਹੋਵੇ, ਮੈਂ ਸਾਰਿਆਂ ਦਾ ਜੀਣਾ ਦੁੱਭਰ ਕੀਤਾ ਹੋਵੇ, ਪਰ ਅਰਦਾਸ ਤਾਂ ਮੇਰੀ ਹੋ ਹੀ ਜਾਣੀ ਹੈ ਕਿ ਗੁਰਮੁਖ ਜਨਮ ਸਵਾਰ ਦਰਗੇ ਚੱਲਿਆ। ਗੁਰੂ ਸਾਹਿਬ ਨੇ ਸਾਨੂੰ ਪ੍ਰੈਜ਼ੈਂਟ ਵਿੱਚ ਠੀਕ ਹੋਣੇ ਨੂੰ ਕਿਹਾ ਹੈ ਕਿ ਤੂੰ ਪ੍ਰੈਜ਼ੈਂਟ ਵਿੱਚ ਹੀ ਗੁਰਮੁਖ ਹੋ ਤੇ ਪ੍ਰਮਾਤਮਾ ਨੂੰ ਮਨ ਗੁਰਮਿਲ ਕਾਜ ਸਵਾਰੇ। ਜਿੰਦਿਆਂ ਜੀ ਹੀ ਤੂੰ ਆਪਣੇ ਮਨ ਦੇ ਕਾਰਜ ਗੁਰੂ ਦੀ ਰਾਹੀਂ ਸਵਾਰ ਕੇ ਜਾ। ਇੱਥੇ ਗੁਰੂ ਸਾਹਿਬ ਪ੍ਰੈਜ਼ੈਂਟ ਦੀ ਗੱਲ ਕਰ ਰਹੇ ਨੇ, ਨਾ ਗੁਰੂ ਸਾਹਿਬ ਮਰਨੇ ਤੋਂ ਬਾਅਦ ਦੀ ਗੱਲ ਕਰਦੇ ਨੇ, ਨਾ ਸਾਡਾ ਜਿਹੜਾ ਮਰਨੇ ਤੋਂ ਪਹਿਲਾਂ ਜਦੋਂ ਜਨਮ ਲੈਣ ਤੋਂ ਪਹਿਲੇ ਦੀ ਨਹੀਂ ਗੱਲ ਕਰਦੇ। ਗੁਰੂ ਸਾਹਿਬ ਸਾਨੂੰ ਪ੍ਰੈਜ਼ੈਂਟ ਵਿੱਚ ਰੱਖ ਕੇ ਜਿਹੜੀਆਂ ਸਾਡੇ ਵਿੱਚ ਮੁਸ਼ਕਲਾਂ ਆਗੁਣ ਨੇ ਉਹਨਾਂ ਨੂੰ ਸੁਧਾਰਨੇ ਦੀ ਕੋਸ਼ਿਸ਼ ਕਰਦੇ ਨੇ। ਇੱਥੇ ਵੀ ਪੂਰਬ ਦਾ ਮਤਲਬ ਹੈ ਕੱਲ ਪਰਸੋਂ ਸਾਲ 2 ਸਾਲ ਜਿੰਨਾ ਟਾਈਮ ਮਰਜ਼ੀ ਅਸੀਂ ਲੈ ਸਕਦੇ ਹਾਂ। ਜਿਨ ਕੋ ਪੂਰਬ ਲਿਖਿਆ ਤਿਨ ਸਤਿਗੁਰ ਮਿਲਿਆ ਆਏ। ਹੁਣ ਸਾਨੂੰ ਲੱਗੇਗਾ ਕਿ ਜਿਨ੍ਹਾਂ ਨੂੰ ਪੂਰਬ ਵਿੱਚ ਲਿਖ ਦਿੱਤਾ ਤੇ ਉਹਨਾਂ ਨੂੰ ਮਿਲੇਗਾ, ਨਹੀਂ, ਪਰਮਾਤਮਾ ਸਭ ਨੂੰ ਮਿਲ ਸਕਦਾ ਵੈ। ਗੁਰੂ ਸਾਹਿਬ ਸਾਨੂੰ ਨਾ ਇੱਕ ਸ਼ਬਦ ਵਿੱਚ ਬੜਾ ਪਿਆਰ ਨਾਲ ਸਮਝਾਉਂਦੇ ਨੇ, ਸਭਨਾ ਸੋਰੇ ਵੰਜਣਾ ਸਭ ਮੁਕਲਾਵਨ ਹਾਰ। ਅਸੀਂ ਸਾਰਿਆਂ ਨੇ ਸੋਰੇ ਜਾਣਾ, ਮੀਨਸ ਕਿ ਸਾਰਿਆਂ ਨੇ ਇਹ ਧਰਤੀ ਨੂੰ ਛੱਡ ਕੇ ਜਾਣਾ, ਇੱਕ ਦਿਨ ਸਾਡੀ ਵਾਪਸੀ ਹੈ। ਔਰ ਅਸੀਂ ਸਭ ਹੀ ਪਰਮਾਤਮਾ ਨਾਲ, ਅਸੀਂ ਸਾਰੇ ਜੀਵ ਇਸਤਰੀਆਂ ਉਸ ਪਰਮਾਤਮਾ ਨਾਲ ਵਿਆਹ ਕਰਾ ਸਕਦੇ ਹਾਂ। ਸਭਨਾ ਸੋਰੇ ਵੰਜਣਾ ਸਭ ਮੁਕਲਾਵਨ ਹਾਰ। ਦੇਖੋ ਜਿਹੜੀ ਧੀ ਬੱਚੀ ਨੇ ਪੇਕੇ ਘਰ ਵਿੱਚ ਚੰਗੇ ਗੁਣ ਸਿੱਖੇ ਹੋਣ ਨਾ, ਤੇ ਉਹਨੂੰ ਸੋਹਰੇ ਘਰ ਵਿੱਚ ਐਡਜਸਟ ਕਰਨਿਆਂ ਦਾ ਨਾ ਮਤਲਬ ਕਿ ਕੋਈ ਪ੍ਰੋਬਲਮਸ ਨਹੀਂ ਆਉਂਦੀ। ਜੇ ਉਹਨੂੰ ਚੰਗੀ ਤਰ੍ਹਾਂ ਖਾਣਾ ਬਣਾਉਣਾ, ਘਰ ਸਾਂਭਣਾ, ਵੱਡਿਆਂ ਦੀ ਸੇਵਾ, ਛੋਟਿਆਂ ਨਾਲ ਪਿਆਰ, ਸਭ ਨੂੰ ਆਦਰ ਸਤਿਕਾਰ ਮਾਨ ਦੇਣਾ ਆਉਂਦਾ ਹੋਏਗਾ ਨਾ, ਤੇ ਉਹਨੂੰ ਅਗਲੇ ਘਰ ਜਾ ਕੇ, ਸੋਹਰੇ ਘਰ ਜਾ ਕੇ, ਬਲਕਿ ਗੁਰੂ ਸਾਹਿਬ ਨੇ ਨਾ ਸੋਹਰੇ ਔਰ ਪੇਕਿਆਂ ਦੀ ਐਗਜ਼ਾਮਪਲ ਬਹੁਤ ਦਿੱਤੀ ਹੈ, ਤੇ ਉਹਨੂੰ ਜਾ ਕੇ ਨਾ ਅਗਲੇ ਘਰ ਜਾ ਕੇ ਕੋਈ ਪ੍ਰੋਬਲਮ ਨਹੀਂ ਆਏਗੀ। ਇੱਕ ਸ਼ਬਦ ਅਸੀਂ ਪੜ੍ਹਦੇ ਹਾਂ, ਪਈੜੇ ਸ਼ੋ ਸੇਵ ਤੂੰ ਸੋਹਰੜੇ ਸੁਖ ਵਚ, ਗੁਰਮਿਲ ਚੱਜ ਅਚਾਰ ਸਿੱਖ ਤੁਤ ਕਦੇ ਨਾ ਲੱਗੇ ਦੁੱਖ। ਸੋ ਗੱਲ ਹੈ ਕਿ ਗੁਰੂ ਸਾਹਿਬ ਕਹਿੰਦੇ ਨੇ ਜਿਹੜੀ ਬੱਚੀ ਨੇ ਪੇਕੇ ਘਰ ਚੰਗੇ ਗੁਣ ਮਾਂ ਪਿਓ ਕੋਲੋਂ ਸਿੱਖੇ ਹੁੰਦੇ ਨੇ, ਉਹਨੂੰ ਪੇਕੇ ਘਰ ਸੋਹਰੇ ਘਰ ਜਾ ਕੇ ਕੋਈ ਉਹਨੂੰ ਔਖਾਈਆਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਭਾਵ ਕਿ ਉਹ ਸਾਰਾ ਘਰ ਬਾਹਰ ਚੰਗੀ ਤਰ੍ਹਾਂ ਸੰਭਾਲਣਾ ਸਿੱਖ ਜਾਂਦੀ ਹੈ, ਕਿਉਂਕਿ ਉਹਨੇ ਪਈ ਜਿਹੜੇ ਸ਼ੋ ਸੇਵਤ ਸੋਹਰੜੇ ਸੁਖ ਵਸ ਗੁਰਮਿਲ ਚੱਜ, ਕਿਉਂਕਿ ਉਹਨੇ ਚੰਗੇ ਚੀਜ਼ਾਂ ਦਾ, ਗੁਣਾਂ ਦਾ ਆਪਣੇ ਅੰਦਰ ਇੱਕ ਕਹਿ ਲਓ ਕਿ ਇੱਕ ਮਤਲਬ ਕਿ ਆਪਣੇ ਗ੍ਰਹਿਣ ਕਰ ਲਿੱਤੇ ਚੰਗੇ ਗੁਣਾਂ ਨੂੰ। ਗੁਰਮਿਲ ਚੱਜ ਆਚਾਰ ਸਿੱਖ ਤੁਧ ਕਦੇ ਨਾ ਲੱਗੇ ਦੁੱਖ। ਇੱਥੇ ਵੀ ਗੁਰੂ ਸਾਹਿਬ ਕਹਿੰਦੇ ਨੇ ਜਿਨ ਕੋ ਪੂਰਬ ਲਿਖਿਆ ਤਿਨ ਸਤਿਗੁਰ ਮਿਲਿਆ ਆਏ। ਸਤਿਗੁਰ ਸਭ ਨੂੰ ਮਿਲਦਾ ਕਿਉਂਕਿ ਸਭਨਾ ਸੋਰੇ ਵੰਜਣਾ ਸਭ ਮੁਕਲਾਵਨ ਹਾਰ। ਪ੍ਰਭੂ ਗੁਰੂ ਸਭ ਨੂੰ ਮਿਲ ਸਕਦਾ ਵੈ, ਉਹਦੇ ਸਭ ਦੇ ਭਾਗ ਜਾਗ ਸਕਦੇ ਨੇ ਜਦੋਂ ਅਸੀਂ ਉਹਦੇ ਪਾਤਰ ਬਣ ਜਾਂਦੇ ਹਾਂ, ਉਹਦੀ ਬਖਸ਼ਿਸ਼ਾਂ ਦੇ ਪਾਤਰ ਬਣ ਜਾਂਦੇ ਹਾਂ। ਜਦੋਂ ਅਸੀਂ ਭਾਂਡਾ ਸਿੱਧਾ ਕਰ ਲਾਂਗੇ ਤੇ ਅਸੀਂ ਉਹਦੀ ਬਖਸ਼ਿਸ਼ਾਂ ਦੇ ਪਾਤਰ ਹਮੇਸ਼ਾ ਬਣ ਜਾਵਾਂਗੇ। ਸੋ ਇਹ ਸ਼ਬਦ ਤਾਂ ਬਹੁਤ ਵਡੇਰਾ ਵੇ, ਕੋਸ਼ਿਸ਼ ਕਰਾਂਗੇ ਅੱਗੋਂ ਥੋੜਾ ਜਿਹਾ ਵਿਚਾਰ ਕੇ ਤੁਹਾਡੇ ਨਾਲ ਵੀ ਵਿਚਾਰ ਕਰਨੇ ਦੀ ਕੋਸ਼ਿਸ਼ ਕਰਾਂਗੇ। ਸੋ ਸ਼ਬਦ ਪੜ੍ਹਦਿਆਂ ਵਿਚਾਰਾਂ ਕਰਦਿਆਂ ਇੱਕ ਨਹੀਂ ਅਨੇਕਾਂ ਭੁੱਲਾਂ ਹੋ ਗਈਆਂ ਹੋਣਗੀਆਂ ਜੀ। ਆਪ ਸਭ ਤੇ ਗੁਰੂ ਸਾਹਿਬ ਬਖਸ਼ਣਯੋਗ ਹੋ ਜੀ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।